नेड़े आके नहीं यार ताकि पता लगे भी तो पुराने तो पत्थरों भी नहीं कोई साफ करता है। आ डेट दिखा दे 24/2/1986 श्री प्रेम गुप्ता जी MLA सी श्रोमणी अकाली दल के ਜਦੋਂ ਦਾ ਇਹ ਨੀਂਹ ਪੱਥਰ ਹੈ। बस हो गया जी। इधर आओ जी, ये भी इस एंगल तो दो पत्थर से ਮੁਫਤ ਦਵਾਈਆਂ ਤੇ ਮੁਫਤ ਲੈਬ ਵਾਲਾ ਜਿਹੜਾ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ 2016 ਦੇ ਵਿੱਚ ਬਣਾਈਆਂ ਸੀ। ਉਹ ਪੁਰਾਣੀ ਬਿਲਡਿੰਗ ਤੁਸੀਂ ਸਾਰੀ ਦੇਖ ਸਕਦੇ ਹੋ ਕਿ ਇਹ 1977-78 ਤੋਂ ਸਾਰਾ ਇਹ ਹਸਪਤਾਲ ਜਿਹੜਾ ਹੈ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਦੀ ਸਰਕਾਰ ਵੇਲੇ ਹੀ ਜਿਹੜਾ ਸੀਗਾ ਇਹ ਸੈਟਅਪ ਹੋਇਆ ਸੀਗਾ। ਹਾਂਜੀ, ਇਹ ਜੋ ਇੱਥੇ ਕੱਲ ਖੇੜਾ ਗੱਜੂ ਮਿਨੀ ਪ੍ਰਾਇਮਰੀ ਹੈਲਥ ਸੈਂਟਰ 'ਚ ਇਹਦਾ ਆਮ ਆਦਮੀ ਪਾਰਟੀ ਨੇ ਸਿਹਤਮੰਦ ਪੰਜਾਬ ਤੇ ਮੁਹੱਲਾ ਕਲੀਨਿਕ ਖੋਲ੍ਹੀ ਹੈ। ਇਹ ਬਿਲਡਿੰਗ ਘੱਟੋ ਘੱਟ 35 ਸਾਲ ਪੁਰਾਣੀ ਹੈ ਜੀ। ਇੱਥੇ ਜਨਤਾ ਪਾਰਟੀ ਤੇ ਅਕਾਲੀ ਦਲ ਦੀ ਉਸ ਟਾਈਮ 1977 ਦੀ 35 ਨਹੀਂ ਮੇਰੇ ਖਿਆਲ 45 ਹੋ ਗਿਆ 45 ਸਾਲ ਹੋ ਗਏ ਲਗਭਗ। ਹਾਂਜੀ, ਇਹ ਬੜੀ ਪੁਰਾਣੀ ਆਪਣਾ ਬਿਲਡਿੰਗ ਹੈ ਜੀ। ਇਹ ਇੱਥੇ ਬਾਦਲ ਸਰਕਾਰ ਸਮੇਂ ਜਦੋਂ ਸਿਸਟਮ ਜਨਤਾ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਦੀ ਰਲੀ ਮਿਲੀ ਸਰਕਾਰ ਸੀਗੀ ਉਸ ਟਾਈਮ ਇਹ ਬਿਲਡਿੰਗ ਦਾ ਨੀਂਹ ਪੱਥਰ ਵੀ ਰੱਖਿਆ ਗਿਆ ਤੇ ਬਿਲਡਿੰਗ ਤਿਆਰ ਵੀ ਉਸ ਸਮੇਂ 'ਚ ਹੋਈ। ਤੇ ਉਹਦੇ ਤੋਂ ਬਾਅਦ 1986 'ਚ ਪ੍ਰੇਮ ਗੁਪਤਾ ਨੇ ਇਹਦਾ ਰਸਮੀ ਤੌਰ ਤੇ ਉਦਘਾਟਨ ਕੀਤਾ। ਪਰ ਅੱਜ ਇਹਨਾਂ ਨੇ ਉਹੀ ਕੰਮ ਕੀਤਾ ਵੀ ਬੋਤਲ ਤਾਂ ਉਹੀ ਹੈ, ਸ਼ਰਾਬ ਉਹਦੇ 'ਚ ਹੋਰ ਪਾਤੀ ਜੀ। ਤੇ ਦਿਖਾਉਣ ਲੱਗੇ ਇਹਨਾਂ ਨੇ ਇੱਥੇ ਉਸੇ ਬਿਲਡਿੰਗ 'ਚ ਮੁਹੱਲਾ ਕਲੀਨਿਕ ਦਾ ਉਦਘਾਟਨ ਕਰਦੇ। ਤੁਹਾਨੂੰ ਪਿੱਛੋਂ ਬਿਲਡਿੰਗ ਦਿਖਦੀ ਹੈ ਹੋਣੀ ਹੈ ਵੀ ਬਹੁਤ ਪੁਰਾਣੀ ਬਿਲਡਿੰਗ ਹੈ ਤੇ ਉਹਨੂੰ ਰੈਨੋਵੇਟ ਕਰਕੇ ਉਹਦੇ 'ਚ ਇਹਨੂੰ ਨਵਾਂ ਨਾਂ ਤੇ ਨਵੀਂ ਦਿੱਖ ਦੇ ਕੇ ਸਰਦਾਰ ਭਗਵੰਤ ਸਿੰਘ ਮਾਨ ਦੀ ਇੱਥੇ ਫੋਟੋ ਲਾਤੀ ਗਈ ਮੁੱਖ ਮੰਤਰੀ ਪੰਜਾਬ ਦੀ, ਜਦ ਕਿ ਤਕਰੀਬਨ 1978 'ਚ ਇਹਦੀ ਉਸਾਰੀ ਹੋਈ ਹੈ। ਤੇ ਇਸ ਕਰਕੇ ਇਹਦਾ ਕੋਈ ਫਾਇਦਾ ਨਹੀਂ। ਇੱਥੇ ਆਲਰੇਡੀ ਵੀ ਕੋਈ ਡਾਕਟਰ ਹੈ ਨਹੀਂ ਪਰਮਾਨੈਂਟ ਡਿਊਟੀ 'ਤੇ, ਕੋਈ ਕਦੋਂ ਕਿਸੇ ਦੀ ਡਿਊਟੀ ਕਦੇ ਕਿਸੇ ਦੀ। ਹੁਣ ਇੱਥੇ ਕੱਲ੍ਹ ਇੱਕ ਕੋਟਲੇ ਤੋਂ ਡਾਕਟਰ ਦੀ ਡਿਊਟੀ ਲਾਈ ਹੈ। ਸਟਾਫ ਵੀ ਪੁਰਾਣਾ ਹੈ ਤੇ ਬਿਲਡਿੰਗ ਵੀ ਪੁਰਾਣੀ ਹੈ ਤੇ ਇਹਦੇ 'ਚ ਕੋਈ ਦੋ ਰਾਏ ਨਹੀਂ ਵੀ ਇਹ ਇੱਕ ਤਰ੍ਹਾਂ ਲੋਕਾਂ ਨੂੰ ਮੂਰਖ ਬਣਾਉਣ ਵਾਲੀ ਗੱਲ ਕੀਤੀ ਗਈ ਹੈ। ਕੱਲ ਉਦਘਾਟਨ ਕੋਈ ਇੱਥੇ MLA ਸਾਹਿਬ ਵੀ ਨਹੀਂ ਆਇਆ ਜੀ। ਇਹ ਤਾਂ ਪੁਰਾਣੀ ਉਹ ਬਿਲਡਿੰਗ ਹੈ ਤੇ ਬਸ ਨਵਾਂ ਬੋਰਡ ਲਾ ਦਿਆ ਤੇ ਭਗਵੰਤ ਮਾਨ ਦੀ ਫੋਟੋ ਲਾ ਦੀ। ਡਾਕਟਰ ਪਹਿਲਾਂ ਵੀ ਇੱਥੇ 10 ਮਹੀਨੇ ਤੋਂ ਕੋਈ ਡਾਕਟਰ ਨਹੀਂ ਹੈ ਜੀ। ਅੱਜ ਰਾਜਪੁਰਾ ਦੇ ਹਲਕੇ ਖੇੜਾ ਗੱਜੂ ਪਿੰਡ ਦੇ ਵਿੱਚ ਖੜੇ ਆ ਔਰ ਇਹ ਜਿਹੜਾ ਤੁਸੀਂ ਪਿੱਛੇ ਦੇਖ ਰਹੇ ਹੋ ਕਿ ਪੁਰਾਣਾ ਜਿਹੜਾ ਮਿੰਨੀ ਹੈਲਥ ਸੈਂਟਰ ਕਹਿ ਲਈਏ, ਰੂਰਲ ਹੈਲਥ ਸੈਂਟਰ ਕਹਿ ਲਈਏ, ਸਮੇਂ-ਸਮੇਂ ਤੇ ਸਰਕਾਰਾਂ ਨੇ ਨਾਂ ਜਿਹੜਾ ਹੈਗਾ ਉਹ ਜਿਵੇਂ ਅਪਗ੍ਰੇਡੇਸ਼ਨ ਹੁੰਦੀ ਰਹੀ ਤੇ ਉਹਨੂੰ ਬਦਲਦੇ ਰਹੇ। ਜਿਸ ਤਰ੍ਹਾਂ ਪਹਿਲਾਂ ਵੀ ਪਿੰਡ ਵਾਸੀਆਂ ਨੇ ਦੱਸਿਆ ਕਿ 1977-78 ਦੇ ਵਿੱਚ ਜਦੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਮੁੱਖ ਮੰਤਰੀ ਸੀ ਤੇ ਮੁਰਾਰਜੀ ਦੇਸਾਈ ਉੱਪਰ ਜਿਹੜੇ ਆ ਪ੍ਰਧਾਨ ਮੰਤਰੀ ਸੀ, ਸ਼੍ਰੋਮਣੀ ਅਕਾਲੀ ਦਲ ਤੇ ਜਨਤਾ ਪਾਰਟੀ ਦੀ ਸਾਂਝੀ ਸਰਕਾਰ ਸੀ। ਜਦੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਨੇ ਇਹ ਫੋਕਲ ਪੁਆਇੰਟਾਂ ਦੀ ਜਿਵੇਂ ਸ਼ੁਰੂਆਤ ਪਿੰਡਾਂ ਦੇ ਵਿੱਚ ਕੀਤੀ ਸੀ, ਪਿੰਡਾਂ ਦੇ ਲੋਕਾਂ ਨੂੰ ਸਹੂਲਤ ਦੇਣ ਲਈ, ਉਸੇ ਦਾ ਇੱਕ ਹਿੱਸਾ ਇਹ ਵੀ ਸੀ ਕਿ ਇੱਥੇ ਹਸਪਤਾਲ ਇੱਕ ਖੁੱਲ੍ਹੇ ਤਾਂ ਕਿ ਪੇਂਡੂ ਇਲਾਕੇ ਦੇ ਲੋਕਾਂ ਨੂੰ ਜਿਹੜਾ ਹੈਗਾ ਦਵਾਈ ਦੀ ਜਿਹੜੀ ਸਹੂਲਤ ਹੈ ਉਹ ਮਿਲ ਸਕੇ। ਔਰ ਅੱਜ 1977-78 ਦੀ ਬਿਲਡਿੰਗ ਤੋਂ ਬਾਅਦ 1986 ਦੇ ਵਿੱਚ ਜਿਵੇਂ ਤੁਹਾਨੂੰ ਨੀਂਹ ਪੱਥਰ ਦਿਖਾਇਆ ਹੈ ਕਿ 1986 ਦੇ ਵਿੱਚ 24/2/1986 ਨੂੰ ਸ਼੍ਰੋਮਣੀ ਅਕਾਲੀ ਦਲ ਦੇ MLA ਸੀ ਸ਼੍ਰੀ ਪ੍ਰੇਮ ਗੁਪਤਾ ਜੀ, ਇਸ ਕੰਸਟੀਚੁਐਂਸੀ ਤੋਂ MLA ਬਣੇ ਅਕਾਲੀ ਦਲ ਦੇ। ਉਹਨਾਂ ਨੇ ਇਹ ਉਸ ਵੇਲੇ ਬਿਲਡਿੰਗ 'ਚ ਜਦੋਂ ਕਿਤੇ ਵਾਧਾ ਹੋਇਆ ਤੇ ਇਹਦਾ ਉਦਘਾਟਨ ਵੀ ਉਸ ਵੇਲੇ ਕੀਤਾ ਸੀ। ਪਰ ਅੱਜ ਜਿਸ ਕਿਸਮ ਦਾ ਪੰਜਾਬ ਦੇ ਲੋਕਾਂ ਨਾਲ ਇੱਕ ਧੋਖਾ ਹੋ ਰਿਹਾ, ਧੋਖਾ ਕਿਵੇਂ ਹੈ, ਜਿਵੇਂ ਇਹਨਾਂ ਨੇ ਸਾਰੇ ਪਿੰਡ ਵਾਸੀਆਂ ਨੇ ਦੱਸਿਆ ਹੈ ਕਿ 2016 ਦੇ ਵਿੱਚ ਡਾਕਟਰ ਇੱਥੇ ਕੋਈ ਡਾਕਟਰ ਪੂਨਮ ਹੁੰਦੇ ਸੀ, ਉਹ ਇੱਥੋਂ ਚਲੇ ਗਏ। ਉਸ ਤੋਂ ਬਾਅਦ ਕੋਈ ਪੱਕੇ ਤੌਰ ਤੇ ਡਾਕਟਰ ਨਹੀਂ ਸੀਗਾ ਤੇ ਤਕਰੀਬਨ ਬੰਦ ਸੀਗਾ। ਔਰ ਅੱਜ ਵੀ ਜਿਹੜਾ ਕੱਲ ਪਰਸੋਂ ਜਦੋਂ ਪਤਾ ਲੱਗਿਆ ਕਿ ਇਹ ਆਮ ਆਦਮੀ ਕਲੀਨਿਕ ਇੱਥੇ ਖੁੱਲ੍ਹਣਾ ਹੈ ਤੇ ਕੋਟਲਾ ਪਿੰਡ ਵੀ ਇਸੇ ਹਲਕੇ ਦਾ ਪੈਂਦਾ, ਉੱਥੋਂ ਦੀ ਡਿਸਪੈਂਸਰੀ 'ਚ ਜਿਹੜੇ ਡਾਕਟਰ ਦੀ ਡਿਊਟੀ ਲੱਗੀ ਸੀ ਉਸ ਦੀ ਡਿਊਟੀ ਜਿਹੜੀ ਹੁਣ ਲਾਈ ਗਈ ਹੈ। ਜਿਵੇਂ ਪੰਜਾਬ ਦੇ ਸਾਰੀਆਂ
ਰੂਰਲ ਡਿਸਪੈਂਸਰੀਜ਼ ਬੰਦ ਕਰਕੇ ਤੇ ਆਮ ਆਦਮੀ ਮੁਹੱਲਾ ਕਲੀਨਿਕ ਦੇ ਵਿੱਚ ਡਾਕਟਰਾਂ ਦੀ ਡਿਊਟੀ ਲਾਈ ਗਈ ਹੈ, ਜਿਹੜੇ ਏਐਨਐਮ ਦੀ ਡਿਊਟੀ ਲਾਈ ਗਈ ਹੈ ਜਾਂ 4th ਕਲਾਸ ਦੀ ਡਿਊਟੀ ਲਾਈ ਗਈ ਹੈ। ਇਸ ਦੇ ਨਾਲ ਜਿਵੇਂ ਪਹਿਲਾਂ ਵੀ ਅਖਬਾਰਾਂ ਦੇ ਵਿੱਚ ਬੜੀ ਇਸ ਗੱਲ ਦੀ ਡਿਟੇਲ ਜਿਹੜੀ ਹੈ ਛਪ ਚੁੱਕੀ ਹੈ ਕਿ 540 ਜਿਹੜੇ ਸੀਗੇ ਹੈਲਥ ਡਿਸਪੈਂਸਰੀਆਂ ਇਹ ਜਿਹੜੀਆਂ ਹੈਗੀਆਂ ਇਹਨਾਂ ਦਾ ਸਟਾਫ ਬਦਲ ਕੇ ਤੇ ਇਹ ਨਵੇਂ ਕਲੀਨਿਕਾਂ ਦੇ ਵਿੱਚ ਜਿਹੜਾ ਹੈ ਭੇਜਣ ਦੀ ਕੋਸ਼ਿਸ਼ ਕੀਤੀ ਗਈ ਹੈ, ਤੇ ਜਿਹਦੇ ਨਾਲ 6000 ਪਿੰਡ, ਅੱਜ 13,000 ਪਿੰਡ ਹੈ ਪੰਜਾਬ ਦੇ, ਤੇ 6000 ਪਿੰਡਾਂ ਦੇ ਵਿੱਚ ਜਿਹੜਾ ਹੈਗਾ ਇਹ ਸਾਡੇ ਜਿਹੜੇ ਹੈਲਥ ਦੇ ਡਾਕਟਰੀ ਸਹੂਲਤਾਂ ਸੀ ਉਹ ਲਗਭਗ ਠੱਪ ਹੋ ਕੇ ਰਹਿ ਗਈਆਂ। ਅਸੀਂ ਸਵਾਗਤ ਕਰਦੇ ਸਰਕਾਰ ਦਾ ਕਿ ਜੇਕਰ ਇਹਦੇ ਵਿੱਚ ਕੋਈ ਐਡੀਸ਼ਨ ਕਰਦੇ, ਨਵਾਂ ਕਰਦੇ, ਪਰ ਇਹ ਤਾਂ ਪਹਿਲਾਂ ਵਾਲਿਆਂ ਨੂੰ ਵੀ ਬੰਦ ਕਰਕੇ ਤੇ ਇੱਕ ਜਗ੍ਹਾ ਤੇ ਇਕੱਠੇ ਕਰਕੇ ਜਾਂ 2 ਜਗ੍ਹਾ ਤੇ ਇਕੱਠੇ ਕਰਕੇ ਤੇ ਬਾਕੀ ਦੇ ਪਿੰਡ, ਮੰਨ ਲਓ ਕੋਟਲਾ ਹੀ ਸਾਡਾ ਪਿੰਡ ਹੈ ਜਿੱਥੇ 10 ਪਿੰਡਾਂ ਨੂੰ ਉਹ ਡਿਸਪੈਂਸਰੀ ਕੇਟਰ ਕਰਦੀ ਸੀ, ਅੱਜ ਉਹ ਲੋਕ ਕਿੱਥੇ ਜਾਣਗੇ? ਅੱਜ ਕਿੰਨਾ ਸਫ਼ਰ ਕਰਕੇ ਇੱਥੇ ਕਿਵੇਂ ਆਉਣਗੇ? ਇਸ ਕਰਕੇ ਇਹ ਇੱਕ ਬੜਾ ਸਾਰੇ ਪੰਜਾਬ ਦੇ ਵਿੱਚ ਬੜੀ ਵੱਡੀ ਚਰਚਾ ਚੱਲੀ ਹੋਈ ਹੈ। ਔਰ ਇਹ ਜਿਵੇਂ ਪਹਿਲਾਂ ਹੀ ਦੱਸਿਆ ਕਿ 77-78 ਦਾ ਬਣਿਆ ਹੋਇਆ, ਔਰ ਤੁਸੀਂ ਵੇਖ ਸਕਦੇ ਹੋ ਨਾਲ ਹੀ ਆ ਜਿਹੜੀ ਦੂਜੀ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਕਿ 2016 ਦੇ ਵਿੱਚ ਮੁਫਤ ਦਵਾਈਆਂ ਤੇ ਮੁਫਤ ਲੈਬ ਟੈਸਟ ਲਈ ਵੀ ਇਹ ਬਿਲਡਿੰਗ ਦਾ ਜਿਹੜਾ ਸੀਗਾ ਉਦਘਾਟਨ ਹੋਇਆ ਸੀ, ਤੇ ਨਾ ਹੀ ਕੋਈ ਐਮਐਲਏ ਆਇਆ ਤੇ ਨਾ ਹੀ ਕੋਈ ਹੋਰ ਸਰਕਾਰੀ ਨੁਮਾਇੰਦਿਆਂ ਨੇ ਕਰਤਾ ਸੀਗਾ। ਪਰ ਬਦਕਿਸਮਤੀ ਨਾਲ ਸਰਕਾਰ ਕਾਂਗਰਸ ਦੀ ਬਣ ਗਈ, ਉਹ ਮੁਫਤ ਦਵਾਈਆਂ ਵੀ ਬੰਦ ਤੇ ਮੁਫਤ ਲੈਬ ਵੀ ਬੰਦ। ਅੱਜ ਜਿਹੜੀਆਂ ਇਹਨਾਂ ਜਿਹੜੇ ਆਮ ਆਦਮੀ ਕਲੀਨਿਕ ਖੁੱਲੇ ਹੈ, ਮੈਂ ਇੱਕ ਨਵਾਂ ਖੁਲਾਸਾ ਜਿਹੜਾ ਹੈਗਾ ਪੰਜਾਬ ਦੇ ਲੋਕਾਂ ਨੂੰ ਕਰੂੰਗਾ ਕਿ ਜਿੱਥੇ ਸਾਰੇ ਪੰਜਾਬ ਦੇ ਹਸਪਤਾਲਾਂ ਦੇ ਵਿੱਚ ਲੈਬਾਂ ਵੀ ਹੈਗੀਆਂ, ਅਲਟਰਾਸਾਊਂਡ ਮਸ਼ੀਨਾਂ ਵੀ ਹੈਗੀਆਂ, ਐਕਸ-ਰੇ ਮਸ਼ੀਨਾਂ ਵੀ ਹੈਗੀਆਂ, ਟੈਸਟ ਦੇ ਸਾਰੇ ਪ੍ਰਬੰਧ ਹੈਗੇ ਆ, ਇਹਨਾਂ ਤੋਂ ਟੈਸਟ ਨਹੀਂ ਕਰਾਏ ਜਾਂਦੇ। ਆਮ ਆਦਮੀ ਕਲੀਨਿਕ ਦੇ ਦੁਆਰਾ ਜਿੰਨੇ ਵੀ ਟੈਸਟ ਹੁੰਦੇ ਆ, ਇੱਕ ਕ੍ਰਿਸ਼ਨਾ ਡਾਇਗਨੋਜ਼ ਹੈ ਬੰਬੇ ਦੀ, ਇੱਕ ਕ੍ਰਿਸ਼ਨਾ ਡਾਇਗਨੋਜ਼ ਬੰਬੇ ਦੀ ਤੋਂ ਸਾਰੇ ਟੈਸਟ ਕਰਾਏ ਜਾਂਦੇ ਆ। ਔਰ ਮੈਂ ਥੋੜਾ ਜਿਹਾ ਪਿੱਛੇ ਜਾਵਾਂ, ਕਾਂਗਰਸ ਪਾਰਟੀ ਵੇਲੇ, ਸਰਕਾਰ ਵੇਲੇ ਜਦੋਂ ਉਹ ਟੈਸਟਾਂ ਦੇ ਲਈ ਟੈਕਨੀਸ਼ੀਅਨ ਭਰਤੀ ਕਰਨੇ ਸੀ ਉਹ ਨਹੀਂ ਕੀਤੇ ਗਏ, ਘਟਦੇ ਗਏ। ਸਰਕਾਰੀ ਹਸਪਤਾਲਾਂ ਦੇ ਵਿੱਚ ਜਿਸ ਕਿਸਮ ਦੀ ਇੱਕ ਸਹੂਲਤ ਘਟਦੀ ਗਈ ਤਾਂ ਕਾਂਗਰਸ ਸਰਕਾਰ ਨੇ ਇੱਕ ਏਜੰਸੀ ਹਾਇਰ ਕੀਤੀ ਜਿਹਨੂੰ ਕ੍ਰਿਸ਼ਨਾ ਡਾਇਗਨੋਜ਼ ਕਹਿੰਦੇ ਆ, ਤੇ ਏਜੰਸੀ ਹਾਇਰ ਕੀਤੀ ਸੀ ਕਿ 3 ਵਜੇ ਤੋਂ ਬਾਅਦ ਜਿਹੜੇ ਐਮਰਜੈਂਸੀ ਦੇ ਟੈਸਟ ਹੈ ਉਹ ਕ੍ਰਿਸ਼ਨਾ ਡਾਇਗਨੋਜ਼ ਕਰਕੇ ਦੇਊਗੀ। ਉਹਨਾਂ ਨੇ ਰੇਟ ਵੀ ਮਨਮਰਜ਼ੀ ਦੇ ਭਰੇ ਕਿਉਂਕਿ ਐਮਰਜੈਂਸੀ ਦੇ ਤਹਿਤ ਕਰਨੇ ਸੀ, ਉਹੀ ਰੇਟਾਂ ਤੇ ਕਾਂਗਰਸ ਵੇਲੇ ਵਾਲਿਆਂ ਦੀ ਦਿੱਤੇ। ਅੱਜ ਕ੍ਰਿਸ਼ਨਾ ਡਾਇਗਨੋਜ਼ ਜਿਹੜੀ ਹੈ ਸਾਰੇ ਪੰਜਾਬ ਦੇ ਸਾਰੇ ਟੈਸਟਾਂ ਦੇ ਪੈਸੇ ਵਸੂਲ ਰਹੀ ਹੈ। ਹਾਲਾਂਕਿ ਜਿੱਥੇ ਅਸੀਂ ਖੇੜਾ ਗੱਜੂ ਖੜੇ ਹਾਂ, ਬਨੂੜ ਚੱਲ ਜਾਓ, ਰਾਜਪੁਰੇ ਚੱਲ ਜਾਓ, ਮਸ਼ੀਨਾਂ ਹੈਗੀਆਂ ਤੇ ਟੈਕਨੀਸ਼ੀਅਨ ਨਹੀਂ ਹੈ ਕਿ ਜਿਹਦੇ ਨਾਲ ਮੁਫਤ ਟੈਸਟ ਹੋ ਸਕਦੇ ਆ। ਇਹ ਬੜਾ ਵੱਡਾ ਪੰਜਾਬ ਦੇ ਲੋਕਾਂ ਨਾਲ ਇੱਕ ਫਰਾਡ ਹੈ, ਕਿਉਂਕਿ ਜੇ ਸਰਕਾਰ ਉਹਨਾਂ ਨੂੰ ਪੈਸੇ ਦਿੰਦੀ ਹੈ ਤੇ ਜਿਹੜਾ ਕੰਮ ਮੁਫਤ 'ਚ ਹੋ ਸਕਦਾ ਸੀ ਤੇ ਸਰਕਾਰੀ ਪੈਸੇ ਕਿਸੇ ਦੀ ਜੇਬ ਦੇ ਵਿੱਚ ਕਿਉਂ ਜਾ ਰਹੇ ਆ, ਇਹ ਪੰਜਾਬ ਦੇ ਲੋਕਾਂ ਦੇ ਮਨਾਂ ਦੇ ਵਿੱਚ ਇੱਕ ਵੱਡਾ ਸਵਾਲ ਹੈ। ਔਰ ਦੂਜੀ ਮੈਂ ਬੇਨਤੀ ਕਰਾਂ, ਕੱਲ ਪਰਸੋਂ ਇੱਕ ਜਿਹੜੇ ਇਹਨਾਂ ਦੇ ਪ੍ਰਵਕਤਾ ਹੈਗੇ ਆ ਆਮ ਆਦਮੀ ਪਾਰਟੀ ਦੇ, ਉਹ ਕਹਿ ਰਹੇ ਸੀ ਇਹਨਾਂ ਦੇ ਢਿੱਡ ਪੀੜ ਕਿਉਂ ਹੁੰਦੀ ਹੈ ਕਿ 2-2.5-3 ਲੱਖ ਦਾ ਸਮਾਨ ਅਸੀਂ ਲੈ ਕੇ ਦੇ ਰਹੇ ਹਾਂ ਤੇ 2-2.5 ਲੱਖ ਦੇ ਵਿੱਚ ਤਾਂ ਇਦੋਂ ਸਸਤਾ ਹੋਰ ਕੀ ਹੋ ਸਕਦਾ ਹੈ। ਮੇਰੇ ਕੋਲੇ ਆ ਸਰਕਾਰੀ ਚਿੱਠੀ ਹੈ 18/11/2022 ਦੀ, ਜਿਹਦੇ ਵਿੱਚ ਇਹਨਾਂ ਨੇ ਲਿਖਿਆ ਕਿ ਦਾ ਗਵਰਨਮੈਂਟ ਆਫ ਪੰਜਾਬ ਆਫਟਰ ਕੇਅਰਫੁਲ ਕੰਸੀਡਰੇਸ਼ਨ ਹੈਜ਼ ਨਾਓ ਡਿਸਾਈਡਡ ਟੂ ਸਟਰੈਂਥਨ ਇਨ ਐਗਜ਼ਿਸਟਿੰਗ 521 ਪ੍ਰਾਇਮਰੀ ਹੈਲਥ ਸੈਂਟਰ ਆਊਟ ਆਫ 23 ਡਿਸਟ੍ਰਿਕਟਾਂ 'ਚ ਇਹਨਾਂ ਨੇ ਲਿਖਿਆ। ਤੇ ਇਹਦਾ 3 ਨੰਬਰ ਪਹਿਰਾ ਹੈ ਸਰਕਾਰ ਦੀ ਚਿੱਠੀ ਦਾ, ਦਾ ਅਪਰ ਲਿਮਿਟ ਫਾਰ ਦਾ ਇਨਫਰਾਸਟ੍ਰਕਚਰ ਸਟਰੈਂਥਨ ਫਾਰ ਐਨ ਇੰਡੀਵਿਜੂਅਲੀ PHC ਸ਼ੈਲ ਨਾਟ ਬੀ ਮੋਰ ਦੈਨ 25 ਲੱਖ ਰੁਪਏ। ਮਤਲਬ ਉਹ ਕਹਿੰਦੇ 25 ਲੱਖ ਤੋਂ ਵੱਧ ਨਹੀਂ ਖਰਚਣਾ, ਤੇ ਇਹਦਾ ਮਤਲਬ 25 ਲੱਖ ਤੱਕ ਦੀ ਇਜਾਜ਼ਤ ਜਿਹੜੀ ਆ ਉਹ ਦਿੱਤੀ ਹੈ। ਉਹ 2.5 ਲੱਖ ਚੋਂ ਕਰ ਰਿਹਾ, ਔਰ ਇੱਥੇ ਖਰਚ ਜਿਹੜਾ ਹੈਗਾ ਹਰੇਕ ਨੂੰ 25 ਲੱਖ ਵਰਤਿਆ ਜਾ ਰਿਹਾ, ਜਿਹੜਾ ਕਿ ਆ ਮੈਂ ਸਰਕਾਰੀ ਚਿੱਠੀ ਤੁਹਾਡੀ ਹੈ ਇਹ ਨਾਲ ਲੈ ਕੇ ਆਇਆ। 25 ਲੱਖ ਦਾ ਮਤਲਬ ਹੈਗਾ ਕਿ ਲਗਭਗ, ਜੇ ਮੈਂ ਗਲਤ ਨਾ ਹੋਵਾਂ ਤੇ ਇਹ ਬਣ ਗਿਆ 25 ਕਰੋੜ ਹੀ ਬਣ ਗਿਆ 100 ਦਾ, ਤੇ ਜੇ 400 ਦਾ ਲਾਈਏ ਤੇ ਇਹ ਬਣ ਗਿਆ 100 ਕਰੋੜ ਰੁਪਈਆ। ਔਰ ਅੱਜ ਮੈਂ ਇੱਕ ਵੱਡੀ ਗੱਲ ਹੋਰ ਪੰਜਾਬ ਦੇ ਲੋਕਾਂ ਨੂੰ ਦੱਸਣੀ ਚਾਹਾਂਗਾ ਕਿ ਜੇ ਕਾਂਗਰਸ ਸਰਕਾਰ ਦੀ ਸਮੇਂ ਤੱਕ ਵੀ ਝਾਤ ਮਾਰੀਏ ਹੈਲਥ ਸਿਸਟਮ ਦੇ ਵਿੱਚ ਤੇ ਲਗਭਗ 150 ਤੋਂ 200 ਕਰੋੜ ਰੁਪਏ ਸਾਲਾਨਾ ਜਿਹੜੀਆਂ ਦਵਾਈਆਂ ਖਰੀਦ ਕੇ ਤੇ ਵੱਖ-ਵੱਖ ਹਸਪਤਾਲਾਂ ਨੂੰ ਜਿਹੜੀਆਂ ਸੀਗੀਆਂ ਉਹ ਜਾਂਦੀਆਂ ਸੀ। ਸਾਡੇ ਵੇਲੇ ਤਾਂ ਸ਼ਾਇਦ ਇਸ ਤੋਂ ਵੀ ਵੱਧ ਸੀ, ਪਰ ਮੈਂ ਅੰਕੜਾ ਅੱਜ ਮੇਰੇ ਕੋਲ ਹੈ ਨਹੀਂ, RTI ਪਾਈ ਹੋਈ ਆ, ਪਤਾ ਲੱਗੇਗਾ।
ਪਰ ਜੇ 150 ਕਰੋੜ ਲਾਈਏ ਜਾਂ 200 ਕਰੋੜ ਲਾਈਏ ਸਾਰੇ ਪੰਜਾਬ ਦੇ ਵਿੱਚ ਮੁਫਤ ਦਵਾਈਆਂ, ਸਰਿੰਜਾਂ, ਪੱਟੀਆਂ ਲੱਗਣ ਲਈ ਜਾਂ ਜਿਹੜੀਆਂ ਵੀ ਹਸਪਤਾਲ ਦੇ ਵਿੱਚ ਮਟੀਰੀਅਲ ਚਾਹੀਦਾ ਹੈ ਉਹ ਸਰਕਾਰ ਖਰੀਦਦੀ ਸੀ। ਤੇ ਇਸ 10 ਮਹੀਨਿਆਂ ਦਾ ਜੇ ਤੁਸੀਂ ਅੰਕੜਾ ਸੁਣੋਗੇ ਤੇ ਕੁੱਲ 18-20 ਕਰੋੜ ਰੁਪਏ ਦੀ ਮੁਫਤ ਦਵਾਈ ਖਰੀਦੀ ਹੈ। ਇਸ਼ਤਿਹਾਰਾਂ ਤੇ ਤਾਂ ਕਰੋੜਾਂ ਰੁਪਏ ਲੱਗ ਸਕਦੇ ਆ, ਪਰ ਜਿਹੜੀ ਅਸਲ ਦੇ ਵਿੱਚ ਜੇ ਮਰੀਜ਼ ਨੂੰ ਕੋਈ ਸਹੂਲਤ ਮਿਲਣੀ ਹੈ, ਅਸਲ ਦੇ ਵਿੱਚ ਜੇ ਕੋਈ ਮਰੀਜ਼ ਨੂੰ ਦਵਾਈ ਮੁਫਤ ਮਿਲਣੀ ਹੈ ਤੇ ਉਹ 10 ਮਹੀਨਿਆਂ ਦਾ ਬਜਟ ਕੁੱਲ ਭਰਾਵੋ 18-20 ਕਰੋੜ ਰੁਪਏ ਹੈ। ਤੇ ਜੇ ਵੱਧ ਘੱਟ ਹੈ ਤਾਂ ਸਰਕਾਰ ਦਾ ਸੈਕਟਰੀ, ਪ੍ਰਿੰਸੀਪਲ ਸੈਕਟਰੀ ਹੈਲਥ ਜਾਂ ਡਾਇਰੈਕਟਰ ਹੈਲਥ ਪੰਜਾਬ ਦੇ ਲੋਕਾਂ ਨੂੰ ਕਲੀਅਰ ਕਰ ਦੇਣ ਕਿ ਕਿੰਨੀ ਦਵਾਈ ਜਿਹੜੀ ਆ ਖਰੀਦੀ ਹੈ। ਮੁਫਤ ਦੀਆਂ ਗੱਲਾਂ ਕਰਨ ਵਾਲੇ ਜਿਹੜੇ ਇਹ ਸੱਜਣ ਨੇ, ਅੱਜ ਉਲਟਾ ਹਰ ਚੀਜ਼ ਹੀ ਜਿਹੜੀ ਹੈਗੀ ਹੈ ਮੁੱਲ ਖਰੀਦਣੀ ਪੈ ਰਹੀ ਹੈ। ਉਹ ਮੁੱਲ ਖਰੀਦਣੀ ਕਿਹੜੀ ਪੈ ਰਹੀ ਹੈ? ਆ 3-4 ਦਿਨ ਪਹਿਲਾਂ ਇੱਕ ਅਖਬਾਰਾਂ ਦੇ ਵਿੱਚ ਖਬਰ ਲੱਗੀ ਸੀ, ਜੇ ਤੁਸੀਂ ਉਹ ਖਬਰ ਪੜ੍ਹੋ ਤਾਂ ਉਹਦੇ ਵਿੱਚ ਕੀ ਲਿਖਿਆ ਸੀ ਕਿ ਜਿਹੜੀ ਸਰਿੰਜ ਹੈ ਉਹ ਵੀ ਜਿਹੜੀ ਹੈਗੀਆਂ ਸਰਿੰਜਾਂ ਤੱਕ ਵੀ ਜਿਹੜੇ ਮਰੀਜ਼ਾਂ ਨੂੰ ਹੈ ਉਹ ਖੁਦ ਖਰੀਦ ਕੇ ਲਿਜਾਣੀਆਂ ਪੈ ਰਹੀਆਂ, ਸਰਿੰਜਾਂ ਤੱਕ ਵੀ। ਔਰ ਮੇਰੀ ਕੱਲ 2 ਮੈਡੀਕਲ ਹਸਪਤਾਲਾਂ ਦੇ ਵਿੱਚ ਗੱਲ ਹੋਈ, ਉੱਥੋਂ ਦੇ HOD ਨੇ ਖੁਦ ਮੰਨਿਆ ਕਿ ਸਾਡੇ ਕੋਲੇ ਨਾ ਕੋਈ ਸਰਿੰਜ ਹੈ, ਨਾ ਕੋਈ ਦਵਾਈ ਹੈ ਤੇ ਨਾ ਕੋਈ ਸਰਕਾਰ ਭੇਜ ਰਹੀ ਹੈ ਮੁਫਤ ਦੀ। ਇਸ ਕਰਕੇ ਭਰਾਵੋ ਇਹ ਬੜੀ ਵੱਡੀ ਫਿਕਰਮੰਦੀ ਪੰਜਾਬ ਦੇ ਹੈਲਥ ਸਿਸਟਮ ਨਾਲ ਇੱਕ ਸਾਡੇ ਲਈ ਬਣੀ ਹੋਈ ਹੈ ਕਿ ਸਰਕਾਰ ਸਿਰਫ ਆਪਣੀ ਗੱਲ ਪਗਾਉਣ ਲਈ, ਉਸ ਗੱਲ ਨੂੰ ਇੱਕ ਕਹਿ ਲਈਏ ਕਿ ਲੋਕਾਂ ਤੱਕ ਬਣਾਉਣ ਲਈ ਕਿ ਅਸੀਂ ਕਰਤਾ, ਤੇ ਇਸ ਕਰਕੇ ਭਰਾਵੋ ਲਿਪਾ ਪੋਚੀ ਤੇ ਲੱਗੀ ਹੋਈ ਆ। ਜਿਵੇਂ ਤੁਸੀਂ ਦੇਖਿਆ 1977-78 ਵਾਲੀਆਂ ਬਿਲਡਿੰਗਾਂ 'ਚ। ਹੁਣ ਮੈਂ ਆਉਂਗਾ ਕੇਜਰੀਵਾਲ ਸਾਹਿਬ ਦੀਆਂ ਗਰੰਟੀਆਂ ਤੇ। ਕੇਜਰੀਵਾਲ ਸਾਹਿਬ ਦੀ ਦੂਜੀ ਗਰੰਟੀ ਦੀ ਮੈਂ ਫੋਟੋ ਜਿਹੜੀਆਂ ਘਰ ਘਰ ਤੱਕ ਪਹੁੰਚਾਈਆਂ ਸੀਗੀਆਂ ਆਮ ਆਦਮੀ ਪਾਰਟੀ ਦੇ ਹਰੇਕ ਲੀਡਰ ਨੇ, ਉਹ ਮੈਂ ਦਿਖਾ ਰਿਹਾ ਤੇ ਪੜੂੰਗਾ ਪਹਿਲਾਂ, ਕਿਉਂਕਿ ਕਈ ਵਾਰੀ ਅਸੀਂ ਭੁੱਲ ਜਾਂਦੇ ਹਾਂ, ਕਿਉਂਕਿ ਭੁੱਲਣ ਆਦਮੀ ਆਪਣੇ ਕੰਮ ਲੱਗਦਾ ਤੇ ਭੁੱਲ ਜਾਂਦਾ ਹੈ। ਕੇਜਰੀਵਾਲ ਦੀ ਦੂਜੀ ਗਰੰਟੀ, ਸਾਰਿਆਂ ਲਈ ਮੁਫਤ ਤੇ ਵਧੀਆ ਇਲਾਜ। ਇਹ ਪੰਜਾਬ ਦੇ ਲੋਕਾਂ ਨੂੰ ਪਤਾ ਹੋਊਗਾ ਕਿ ਸਾਰਿਆਂ ਨੂੰ ਮਿਲ ਰਿਹਾ ਕਿ ਨਹੀਂ ਮਿਲ ਰਿਹਾ। ਪੰਜਾਬ ਦੇ ਵਿੱਚ 16,000 ਕਲੀਨਿਕ ਖੋਲੇ ਜਾਣਗੇ, ਹਰ ਪਿੰਡ ਦੇ ਹਰ ਵਾਰਡ ਵਿੱਚ ਕਲੀਨਿਕ ਖੋਲਿਆ ਜਾਵੇਗਾ। ਹੁਣ ਮੈਂ ਹੈਰਾਨ ਹੈ ਕਿ ਹਰ ਪਿੰਡ ਦੇ ਹਰ ਵਾਰਡ ਤੁਸੀਂ 541 ਕੇ 40 ਜਿਹੜੀਆਂ ਡਿਸਪੈਂਸਰੀਆਂ ਚੱਲਦੀਆਂ ਉਹ ਤਾਂ ਬੰਦ ਕਰਤੀਆਂ, ਤੇ ਅੱਗੇ ਤੁਸੀਂ ਕਿੰਨੀਆਂ ਤੇ ਕਿਵੇਂ ਖੋਲੋਗੇ? ਅੱਜ ਤੱਕਰ ਵੀ ਜਿਹੜਾ ਦਾਵਾ ਕਰਦੇ ਆ, ਹਾਲਾਂਕਿ ਆ ਤੁਸੀਂ ਵੇਖ ਹੀ ਰਹੇ ਹੋ ਕਿ ਅੱਧਾ ਅਧੂਰਾ, ਨਾ ਕੋਈ ਕੰਪਲੀਟ ਹੋਇਆ, ਨਾ ਕੋਈ ਡਾਕਟਰ ਦੀ ਡਿਊਟੀ ਪੱਕੀ, ਨਾ ਕੋਈ ਸਮਝ ਆਉਂਦੀ ਹੈ। ਇਹਨਾਂ ਨੇ 16,000 ਕਿਹਾ ਸੀ ਤੇ 16,000 ਚੋਂ ਇਹਨਾਂ ਦੇ ਅੰਕੜੇ ਮੁਤਾਬਕ ਕਹਿੰਦੇ ਆ 500 ਹਲੇ ਕੀਤਾ ਤੇ ਮਹੀਨੇ 10 ਗੁਜ਼ਰ ਗਏ ਆ। ਸੜਕ ਦੁਰਘਟਨਾ ਪੀੜਤ ਦਾ ਸਾਰਾ ਇਲਾਜ ਮੁਫਤ ਕੀਤਾ ਜਾਵੇਗਾ। ਇਹ ਜਿਨ੍ਹਾਂ ਦੇ ਦੁਰਘਟਨਾ 'ਚ ਕੋਈ ਪਰਿਵਾਰ ਰਿਸ਼ਤੇਦਾਰ ਆਏ ਆ, ਇਹ ਉਹੀ ਦੱਸ ਸਕਦੇ ਆ ਹੋਇਆ ਕਿ ਨਹੀਂ ਹੋਇਆ। ਪਰਿਵਾਰ ਦੇ ਹਰ ਮੈਂਬਰ ਨੂੰ ਹੈਲਥ ਕਾਰਡ ਜਾਰੀ ਕੀਤਾ ਜਾਵੇਗਾ। ਆ ਤੁਸੀਂ ਇੰਨੇ ਜਣੇ ਖੜੇ ਆ, 10 ਮਹੀਨਿਆਂ 'ਚ ਕੋਈ ਇੱਕ ਦੱਸ ਦੇ ਕੋਈ ਹੈਲਥ ਕਾਰਡ ਕਿਸੇ ਨੂੰ ਜਾਰੀ ਹੋ ਗਿਆ ਹੋਵੇ। ਨਵੇਂ ਵਿਸ਼ਵ ਪੱਧਰੀ ਸਰਕਾਰੀ ਹਸਪਤਾਲ ਖੋਲੇ ਜਾਣਗੇ ਤੇ ਪੁਰਾਣੇ ਹਸਪਤਾਲਾਂ ਨੂੰ ਸ਼ਾਨਦਾਰ ਬਣਾਇਆ ਜਾਵੇਗਾ। ਇਹ ਵੀ ਰੌਲਾ ਸੁਣਦੇ ਆ ਵੀ 16 ਮੈਡੀਕਲ ਕਾਲਜ ਬਣਾਉਣੇ ਆ, ਹਲੇ ਤੀਕ ਤਾਂ ਕਿਤੇ ਹਿੱਟ ਲੱਗਦੀ ਦੇਖੀ ਨਹੀਂ। ਜਿਹੜੇ ਪੁਰਾਣੇ ਸਮੇਂ ਦੇ ਚੱਲਦੇ ਸੀ ਉਹੀ ਠੀਕ ਹੋ ਜਾਣ ਜਾਂ ਦਵਾਈਆਂ ਉਹਨਾਂ ਦੀਆਂ ਬੰਦ ਨੇ। ਸਾਰੀਆਂ ਦਵਾਈਆਂ, ਟੈਸਟ ਤੇ ਮਹਿੰਗੇ ਤੋਂ ਮਹਿੰਗੇ ਆਪਰੇਸ਼ਨ ਮੁਫਤ ਕੀਤੇ ਜਾਣਗੇ। ਹੁਣ ਮੈਂ ਤੁਹਾਨੂੰ ਅੰਕੜਾ ਦੱਸਦਾ ਕਿ 20-25 ਕਰੋੜ ਤੋਂ ਵੱਧ ਦੀ ਸਾਰੇ ਪੰਜਾਬ ਦੇ ਵਿੱਚ ਦਵਾਈ ਖਰੀਦੀ ਨਹੀਂ, ਤੇ ਮੁਫਤ ਦਵਾਈ ਕਿੱਥੋਂ ਆ ਗਈ? ਮੁਫਤ ਆਪਰੇਸ਼ਨ ਜਾਂ ਮੁਫਤ ਇਲਾਜ ਜਿਹੜੇ ਵੀ ਹਸਪਤਾਲਾਂ ਦੇ ਵਿੱਚ ਪਏ ਆ, ਇਹ ਜ਼ਿਆਦਾਤਰ ਲੋਕ ਉਹ ਦੱਸ ਸਕਦੇ ਆ ਕਿ ਵਾਕਈ ਕਿੰਨੇ ਜਿਹੜੇ ਹੈਗੇ ਆ ਅਸੀਂ ਕੀਤੇ ਆ। ਇਸ ਕਰਕੇ ਇਹਨਾਂ ਨੇ ਕਿਹਾ ਕਿ ਦਿੱਲੀ ਵਿੱਚ ਕਰਕੇ ਦਿਖਾਇਆ ਤੇ ਪੰਜਾਬ 'ਚ ਕਰਕੇ ਦਿਖਾਵਾਂਗੇ। ਮੈਂ ਦਿੱਲੀ ਮਾਡਲ ਦੀ ਸਿਰਫ ਇੱਕ ਤਸਵੀਰ ਤੁਹਾਨੂੰ ਭੇਟ ਕਰ ਦਿੰਦਾ ਕਿ ਦਿੱਲੀ 'ਚ 480 ਮੁਹੱਲਾ ਕਲੀਨਿਕ ਬਣਾਏ ਸੀ ਤੇ 270 ਅੱਜ ਇਹਨਾਂ ਦੇ ਦਿੱਲੀ ਦੇ ਵਿੱਚੋਂ ਬੰਦ ਪਏ ਆ। ਪੜਤਾਲ ਕਰ ਲੈ ਜਾ ਕੇ ਕੋਈ ਜਿਹੜੇ ਕੋਈ ਪਏ ਆ। ਇਸ ਕਰਕੇ ਮੈਂ ਸਮਝਦਾ ਕਿ ਭਗਵੰਤ ਮਾਨ ਸਰਕਾਰ ਨੂੰ ਬੇਨਤੀ ਹੈ ਕਿ ਇਹ ਜਿਹੜੇ ਪੁਰਾਣੇ ਚੱਲਦੇ ਹਸਪਤਾਲ ਆ ਇਹਨਾਂ ਨੂੰ ਬੰਦ ਕਰਕੇ ਲੋਕਾਂ ਦੀਆਂ ਸਹੂਲਤਾਂ ਨਾ ਖੋ। ਜਿਹੜੇ ਚੱਲਦੇ ਆ ਉਹਨਾਂ 'ਚ ਦਵਾਈਆਂ ਭੇਜੋ, ਡਾਕਟਰ ਭਰਤੀ ਕਰੋ, ਨਰਸਾਂ ਭਰਤੀ ਕਰੋ, ਕੋਈ ਐਡੀਸ਼ਨ ਮਸ਼ੀਨਰੀ ਖਰੀਦ ਕੇ ਦੇਣੀ ਆ ਉਹ ਕਰਕੇ ਦਿਓ, ਤੇ ਤਾਂ ਪੰਜਾਬ ਦਾ ਹੈਲਥ ਦਾ ਜਿਹੜਾ ਸਿਸਟਮ ਹੈ ਉਹ ਠੀਕ ਹੋ ਸਕਦਾ ਹੈ। ਇਹ ਸਰਾਸਰ ਇੱਕ ਗਲਤ ਪਾਸੇ ਨੂੰ ਪੰਜਾਬ ਦਾ ਹੈਲਥ ਸਿਸਟਮ ਜਾ ਰਿਹਾ। ਔਰ ਇੱਕ ਆਮ ਆਦਮੀ ਪਾਰਟੀ ਦੇ ਛੋਟੇ ਗਲੀ ਦੇ ਵਰਕਰ ਤੋਂ ਲਾ ਕੇ ਮੁੱਖ ਮੰਤਰੀ ਸਾਹਿਬ ਤੱਕਰ ਤੇ ਕੇਜਰੀਵਾਲ ਸਾਹਿਬ ਤੱਕਰ ਇੱਕ ਇਹਨਾਂ ਨੇ ਨਾਅਰਾ ਬੁਲੰਦ ਕੀਤਾ ਕਿ 70 ਸਾਲਾਂ 'ਚ ਕੀ ਕੁਝ ਨਹੀਂ ਹੋਇਆ। ਮੈਂ ਇੱਕ ਬੇਨਤੀ ਕਰਾਂ, ਜਿਹੜੇ ਜਿੰਨੀ ਵੀ ਲਿਪਾ ਪੋਚੀ ਕਰੀ ਜਾਂਦੇ ਹੋ ਨਾ, ਇਹ ਸਾਰੇ 70 ਸਾਲਾਂ 'ਚ ਹੀ ਪਹਿਲਾਂ ਹੋਏ ਸੀ ਤੇ ਤਾਂ ਹੀ ਜਿਹੜਾ ਸੀਗਾ ਇਹ ਸਾਰਾ ਕੰਮ ਹੋ ਰਿਹਾ। ਮੈਂ ਤੁਹਾਨੂੰ 10 ਸਾਲਾਂ ਦੀ ਸਾਡੇ ਕੀਤੇ ਕੰਮਾਂ ਦੀ ਇੱਕ 2 ਮਿੰਟ 'ਚ ਝਲਕ ਪੇਸ਼ ਕਰਦੇ ਹਾਂ ਤਾਂ ਕਿ 70 ਸਾਲਾਂ ਵਾਲਿਆਂ ਨੂੰ ਜਵਾਬ ਜ਼ਰੂਰ ਮਿਲ ਜੇ। ਜਦੋਂ 2007 ਦੇ ਵਿੱਚ ਸਰਕਾਰ ਬਣੀ
ਤੇ ਪੰਜਾਬ ਹੈਲਥ ਦੇ ਸਿਸਟਮ ਦੇ ਵਿੱਚ ਸਾਰੇ ਦੇਸ਼ ਦੇ ਵਿੱਚੋਂ 17ਵੇਂ ਥਾਂ ਤੇ ਸੀ। ਅਸੀਂ ਇਹਨੂੰ ਜਿਹੜਾ ਸੀਗਾ 5ਵੇਂ ਥਾਂ ਤੇ ਲੈ ਕੇ ਆਏ। ਦੇਸ਼ ਦੇ ਵਿੱਚੋਂ ਡਾਕਟਰ ਭਰਤੀ ਕੀਤੇ, ਨਰਸਾਂ ਕੀਤੀਆਂ, ਮਸ਼ੀਨਰੀ ਖਰੀਦ ਕੇ ਦਿੱਤੀ, ਬਿਲਡਿੰਗਾਂ ਠੀਕ ਕੀਤੀਆਂ, ਤੇ ਦੇਸ਼ ਦਾ ਸਰਵੇ ਹੁੰਦਾ 17ਵੇਂ ਤੋਂ ਅਸੀਂ 5ਵੇਂ ਥਾਂ ਤੇ ਲੈ ਕੇ ਆਏ। ਕੈਂਸਰ ਨਾ ਮੁਰਾਦ ਬਿਮਾਰੀ ਹੈ ਔਰ ਇਲਾਜ ਨਾਲ ਲੋਕ ਪੱਟੀ ਦੇ ਜਾਂਦੇ ਆ, ਜ਼ਮੀਨਾਂ ਤੱਕ ਵਿਕ ਜਾਂਦੀਆਂ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਨੇ ਪੰਜਾਬ ਇੱਕ ਵਾਹਦ ਪਹਿਲਾ ਸੂਬਾ ਸੀ ਜਿਹਦੇ 'ਚ ਕੈਂਸਰ ਦੇ ਮਰੀਜ਼ਾਂ ਨੂੰ ਇਲਾਜ ਲਈ ਪੈਸੇ ਦੇਣੇ ਸ਼ੁਰੂ ਕੀਤੇ। ਤੇ ਭਾਵੇਂ 100% ਹੋ ਸਕਦਾ ਕਿਸੇ ਤੱਕ ਨਾ ਪਹੁੰਚੇ ਹੁਣ, ਪਰ 400 ਤੇ 1 ਕਰੋੜ ਰੁਪਈਆ 9.5 ਸਾਲਾਂ ਦੇ ਵਿੱਚ ਵੰਡਿਆ ਗਿਆ। 32,000 ਮਰੀਜ਼ਾਂ ਤੱਕ ਇਹ ਜਿਹੜੀ ਸਕੀਮ ਹੈ ਇਹ ਪਹੁੰਚੀ ਸੀ। 1933 ਮੁਫਤ ਦਵਾਈ ਕੇਂਦਰ, ਜਿਹੜੇ ਮੈਂ ਤੁਹਾਨੂੰ ਨਾਲ ਚੱਲਦੀ ਫੋਟੋ ਦੇ ਵਿੱਚ ਦਿਖਾਇਆ ਹੈ, 1933 ਮੁਫਤ ਦਵਾਈ ਕੇਂਦਰ 2016 ਦੇ ਵਿੱਚ ਅਸੀਂ ਖੋਲ ਕੇ ਗਏ। ਬਦਕਿਸਮਤੀ ਨਾਲ ਸਰਕਾਰ ਬਦਲ ਗਈ ਤੇ ਕਾਂਗਰਸ ਨੇ ਉਹਨੂੰ ਉੱਥੋਂ ਹੀ ਬੰਦ ਕਰਤਾ, ਜਿਹਦੇ 'ਚ 750 ਮੁਫਤ ਜਾਂਚ ਕੇਂਦਰ ਵੀ ਸੀਗੇ। 8 ਨਰਸਿੰਗ ਕਾਲਜ ਅਸੀਂ ਬਣਾ ਕੇ ਗਏ, ਜਿਹਦੇ 'ਚ ਤਾਂ ਕਿ ਜਿਹੜੇ ਸਾਡੇ ਹਸਪਤਾਲਾਂ ਦੇ ਵਿੱਚ ਸਟਾਫ ਪੂਰਾ ਤਾਂ ਹੀ ਹੋ ਸਕਦਾ ਕਿ ਨਵੇਂ ਕਾਲਜਾਂ ਦੇ ਵਿੱਚੋਂ ਬੱਚੇ ਸਾਡੇ ਪੜ੍ਹ ਕੇ ਆਉਣ। ਇਸ ਤੋਂ ਇਲਾਵਾ ਵੱਡੀਆਂ ਗੱਲਾਂ, ਬਠਿੰਡਾ ਦੇ ਵਿੱਚ ਏਮਜ਼ ਖੋਲ੍ਹਣਾ, ਸੰਗਰੂਰ ਤੇ ਫਿਰੋਜ਼ਪੁਰ ਦੇ ਵਿੱਚ PGI ਸੈਟੇਲਾਈਟ ਖੋਲ੍ਹਣਾ, ਮੈਡੀਕਲ ਸਿਟੀ ਬਣਾ ਕੇ ਮੋਹਾਲੀ ਦੇ ਵਿੱਚ ਸਾਰੇ ਮੈਡੀਕਲ ਹੱਬ ਸਥਾਪਿਤ ਕਰਨੀ, ਤੇ ਜਿਹਦਾ ਸਭ ਤੋਂ ਪਹਿਲਾ ਨੀਂਹ ਪੱਥਰ ਉਸ ਵੇਲੇ ਦੇ ਪ੍ਰਧਾਨ ਮੰਤਰੀ ਤੋਂ ਰਖਾ ਕੇ ਹੋਮੀ ਭਾਪਾ ਕੈਂਸਰ ਸੈਂਟਰ ਜਿਹੜਾ ਬਹੁਤ ਵੱਡਾ ਬਣਾਇਆ, ਤਾਂ ਕਿ ਕੈਂਸਰ ਦਾ ਜੇ ਪਹਿਲਾਂ ਤਾਂ ਸਿਰਫ ਬੀਕਾਨੇਰ ਨੂੰ ਭਜਦੇ ਸੀ ਸਾਡੇ ਰੇਲਾਂ ਤੇ ਜਾਂ ਦਿੱਲੀ ਜਾਂਦੇ ਸੀ, ਅੱਜ ਜੇ ਮੈਂ ਸਮਝਦਾ ਕਿ ਕੈਂਸਰ ਦਾ ਹਸਪੀਟਲ ਜਿਹੋ ਜਿਹਾ ਬੰਬੇ ਜਾਂ ਬੀਕਾਨੇਰ ਜਾਂ ਦਿੱਲੀ ਸੀ, ਉਦੋਂ ਵਧੀਆ ਕਿਸਮ ਦਾ ਮੋਹਾਲੀ ਦੇ ਵਿੱਚ ਸੈਟਅਪ ਕੀਤਾ। ਇਹ ਵੀ ਸਾਡੀ ਸਰਕਾਰ ਦਾ ਕਰਕੇ ਹੀ ਹੈ। ਫਿਰ ਜੇ ਦੂਜੇ ਪਾਸੇ ਮੈਂ ਗੱਲ ਕਰ ਲਾਂ ਮੈਡੀਕਲ ਹਸਪਤਾਲ ਦੀ, ਬਾਬਾ ਫਰੀਦ ਇੱਕ ਪ੍ਰਾਈਵੇਟ ਹਸਪਤਾਲ ਦੇ ਤੌਰ ਤੇ ਚੱਲਦਾ ਸੀ, ਤੇ 2007 ਦੇ ਵਿੱਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਨੇ ਪਹਿਲਾਂ ਉਹਨੂੰ ਮੈਡੀਕਲ ਕਾਲਜ ਸਰਕਾਰੀ ਬਣਾਇਆ ਤੇ ਫਿਰ ਮੈਡੀਕਲ ਯੂਨੀਵਰਸਿਟੀ ਬਣਾਈ। ਇਹ ਵੱਖਰੀ ਗੱਲ ਹੈ ਕਿ ਅੱਜ ਤਾਂ ਉਸ ਯੂਨੀਵਰਸਿਟੀ 'ਚ VC ਦੀ ਵੀ ਇੱਜ਼ਤ ਨਹੀਂ ਹੋ ਰਹੀ, ਤੇ ਕਿਵੇਂ ਬੇਇੱਜ਼ਤ ਕਰਕੇ ਸਾਡੇ ਵਰਲਡ ਦੇ ਸਭ ਤੋਂ ਕਾਬਲ ਡਾਕਟਰ ਰਾਜ ਬਹਾਦਰ ਸਿੰਘ ਨੂੰ ਕਿਵੇਂ ਮੈਂ ਕਹੂੰਗਾ ਕਿ ਬੇਇੱਜ਼ਤ ਕਰਕੇ ਉੱਥੋਂ ਕੱਢਿਆ ਗਿਆ, ਤੇ ਕਿਵੇਂ ਉੱਥੋਂ ਦੀਆਂ ਸਹੂਲਤਾਂ ਡਗਮਗਾ ਰਹੀਆਂ, ਇਹ ਵੀ ਤੁਹਾਡੇ ਸਾਹਮਣੇ ਹੈ। ਪਿਮਸ ਜਲੰਧਰ ਦੇ ਵਿੱਚ ਮੈਡੀਕਲ ਹਸਪਤਾਲ, ਇਸ ਤਰ੍ਹਾਂ ਕਰਕੇ ਬਹੁਤ ਕੁਝ ਸਟਰੈਂਥਨ ਕਰਨ ਦੀ ਜਿਹੜੀ ਹੈ ਉਹ ਕੋਸ਼ਿਸ਼ ਕੀਤੀ ਹੈ। 100 ਬੈੱਡ ਦਾ ਕੈਂਸਰ ਦਾ ਹਸਪਤਾਲ ਬਠਿੰਡੇ ਬਣਾਇਆ, ਔਰ ਇਹ ਮੈਂ ਇੱਕ ਹੋਰ ਕਹਿ ਦਿਆਂ ਕਿ 108 ਐਂਬੂਲੈਂਸ ਦਾ ਜ਼ਿਕਰ ਕਰਨਾ ਬਣਦਾ ਹੈ, ਕਿਉਂਕਿ ਪਹਿਲਾਂ ਐਂਬੂਲੈਂਸ ਦੀ ਸਹੂਲਤ ਨਹੀਂ ਸੀ। ਇਹ ਸਾਡੀ ਸਰਕਾਰ ਵੇਲੇ ਸਹੂਲਤ ਸੀਗੀ ਕਿ ਤੁਸੀਂ ਟੈਲੀਫੋਨ ਕਰੋ ਔਰ 15 ਮਿੰਟਾਂ ਦੇ ਵਿੱਚ ਐਂਬੂਲੈਂਸ ਤੁਹਾਡੇ ਬਾਰ ਤੇ ਹੁੰਦੀ ਸੀ, ਪੰਜਾਬ ਦੇ ਕਿਸੇ ਵੀ ਕੋਨੇ ਦੇ ਵਿੱਚ ਕਰੋ। ਉਹਦੇ ਤੇ ਫੋਟੋ ਇੱਕ ਪਾਸੇ ਪ੍ਰਧਾਨ ਮੰਤਰੀ ਸਾਹਿਬ, ਇੱਕ ਪਾਸੇ ਮੁੱਖ ਮੰਤਰੀ ਸਾਹਿਬ ਦੀ ਲੱਗੀ ਸੀ ਤੇ ਬੜੀ ਚਰਚਾ ਹੋਈ ਸੀ। ਤੇ ਅੱਜ ਫੋਟੋ ਸਰਕਾਰੀ ਬਿਲਡਿੰਗਾਂ ਤੇ, ਸਰਕਾਰੀ ਕੰਮਾਂ ਤੇ ਕਦੇ ਕੋਈ ਫੋਟੋਆਂ ਲੱਗਦੀਆਂ ਨਹੀਂ ਦੇਖੀਆਂ। ਵਾਟਰ ਬਾਕਸ ਬਣਿਆ 1978 ਦਾ, ਫਿਰ ਇਹਦੇ ਤੇ ਵੀ ਫੋਟੋ ਬਾਦਲ ਸਾਹਿਬ ਲਾ ਜਾਂਦੇ ਆਪਦੀ। ਨਹੀਂ, ਜੇ ਐਂਬੂਲੈਂਸ ਤੇ ਲੱਗੀ ਸੀ, ਚਰਚਾ ਬੜੀ ਕੀਤੀ ਸੀ ਮੌਜੂਦਾ ਮੁੱਖ ਮੰਤਰੀ ਸਾਹਿਬ ਨੇ, ਤੇ ਅੱਜ ਹਰ ਥਾਂ ਤੇ ਹੀ ਲੱਗੀ ਜਾਂਦੀਆਂ। ਇਸ ਕਰਕੇ ਇਹ ਵੀ ਤੁਹਾਡੇ ਸਾਹਮਣੇ ਹੈ। ਔਰ 104 ਨੰਬਰ ਅਸੀਂ ਸ਼ੁਰੂ ਕੀਤਾ ਸੀ ਮੈਡੀਕਲ ਹੈਲਥ ਲਾਈਨ ਦਾ। ਘਰੇ ਬੈਠੇ ਵੀ ਜਿਵੇਂ ਕਿਸੇ ਡਾਕਟਰ ਦੀ ਸਲਾਹ ਲੈਣੀ ਹੈ ਤੇ ਉਹ ਵੀ ਲੈ ਸਕਦੇ ਸੀ, ਬਦਕਿਸਮਤੀ ਨਾਲ ਕਾਂਗਰਸ ਦੀ ਸਰਕਾਰ ਆਉਣ ਤੇ ਉਹ ਵੀ ਬੰਦ ਹੋ ਗਿਆ। ਦੇਸ਼ 'ਚ ਇੱਕ ਸਭ ਤੋਂ ਪਹਿਲਾ ਕੰਮ ਇੱਕ ਹੋਰ ਕੀਤਾ ਸੀ ਸੁਖਬੀਰ ਸਿੰਘ ਬਾਦਲ ਸਾਹਿਬ ਦੀ ਸੋਚ ਸਦਕਾ, ਕਿ 50,000 ਰੁਪਏ ਤੱਕ ਦਾ ਮੁਫਤ ਇਲਾਜ ਹਰੇਕ ਪਰਿਵਾਰ ਦੇ ਲਈ, ਉਹਦੀ ਪੈਸੇ ਜਿਹੜੇ ਇੰਸ਼ੋਰੈਂਸ ਦੇ ਆ ਉਹ ਸਰਕਾਰ ਦਿੰਦੀ ਸੀ, ਤੇ 50,000 ਰੁਪਏ ਦਾ ਮੁਫਤ ਇਲਾਜ ਜਿਹੜਾ ਉਹ ਸਾਡੇ ਪੰਜਾਬ ਸੂਬੇ ਤੋਂ ਸ਼ੁਰੂਆਤ ਹੋਈ ਸੀ। ਤੇ ਫਿਰ ਉਸ ਤੋਂ ਬਾਅਦ ਨਕਲ ਮਾਰ ਕੇ ਕੇਂਦਰ ਦੀ ਸਰਕਾਰ ਨੇ, ਮੋਦੀ ਸਾਹਿਬ ਦੀ ਮੌਜੂਦਾ ਸਰਕਾਰ ਨੇ ਜਿਹੜਾ 5 ਲੱਖ ਦਾ ਕੀਤਾ, ਇਹ ਉਸ ਦੀ ਦੇਣ ਹੈ ਜਿਹੜਾ ਪੰਜਾਬ ਦੇ ਵਿੱਚੋਂ ਸ਼ੁਰੂ ਹੋਇਆ ਸੀ। ਇਸੇ ਕਰਕੇ ਜੇ ਕੋਈ ਦੁਰਘਟਨਾ ਹੋ ਜਾਂਦੀ ਸੀ ਤਾਂ ਫਿਰ ਉਹਨੂੰ ਜਿਹੜਾ ਹੈਗਾ ਉਹ 5 ਲੱਖ ਰੁਪਏ ਤੱਕ ਵੀ ਮਿਲਦਾ ਸੀ। ਇਸ ਕਰਕੇ ਇਹ ਸਾਰੀਆਂ ਗੱਲਾਂ ਮੈਂ ਜਿਹੜੀਆਂ ਕੁਝ ਮੇਰੇ ਧਿਆਨ 'ਚ ਨੇ, ਡਾਕਟਰ ਕਿੰਨੇ ਭਰਤੀ ਕੀਤੇ, ਨਰਸਾਂ ਕਿੰਨੀਆਂ ਭਰਤੀ ਕੀਤੀਆਂ, ਨਵੀਆਂ ਬਿਲਡਿੰਗਾਂ ਕਿੰਨੀਆਂ ਬਣਾਈਆਂ, ਮੈਂ ਉਹਦੀ ਡਿਟੇਲ 'ਚ ਨਹੀਂ ਜਾਂਦਾ, ਬਹੁਤ ਲੰਮੀ ਲਿਸਟ ਹੈ। ਔਰ ਮੈਂ ਜਿੰਨੇ ਵੀ ਆ ਸੈਂਟਰ ਬਣੇ ਸੀ ਪਹਿਲਾਂ, ਇਹਦੇ ਉੱਤੇ ਮੈਂ ਇੱਕ ਬੇਨਤੀ ਕਰਦਿਆਂ ਕਿ ਸੈਂਟਰ ਸਰਕਾਰ ਦੀ ਸਕੀਮ ਦੇ ਅਧੀਨ NRHM ਜਿਹੜਾ ਨੈਸ਼ਨਲ ਸਾਡੇ ਫੰਡ ਹੈਗੇ ਆ, ਉਹਨਾਂ ਦੇ ਵਿੱਚੋਂ ਬਿਲਡਿੰਗਾਂ ਬਣੀਆਂ ਸੀ। ਇਹਨਾਂ ਦੇ ਤਾਂ ਨਾਮ ਤਬਦੀਲੀ ਵੀ ਨਹੀਂ ਹੋ ਸਕਦੇ, ਜਿਵੇਂ ਧੜਾ ਨਾਮ ਚੇਂਜ ਹੋ ਰਿਹਾ। ਇਸ ਕਰਕੇ ਇਹ ਬੜੀ ਮੰਦਭਾਗੀ ਗੱਲ ਹੈ ਕਿ ਜਿਹੜਾ ਇੱਕ ਪਾਸਿਓਂ ਪੁਰਾਣੀਆਂ ਸਰਕਾਰਾਂ ਦੇ ਕੀਤੇ ਕੰਮ ਦੇ ਵਿੱਚ ਜੇ 100 ਕਰੋੜ ਦੀ ਦਵਾਈ ਖਰੀਦੀ ਹੁੰਦੀ ਤਾਂ ਤੁਸੀਂ ਅੰਦਾਜ਼ਾ ਲਾਓ ਕਿ ਕਿੰਨੇ ਲੋਕਾਂ ਦਾ ਇਲਾਜ ਹੋ ਸਕਦਾ ਹੈ। ਜੇ ਡਾਕਟਰ ਤੇ ਨਰਸਾਂ ਤੇ ਟੈਕਨੀਸ਼ੀਅਨ ਭਰਤੀ ਕੀਤੇ ਹੋਣ ਤੇ ਕ੍ਰਿਸ਼ਨਾ ਡਾਇਗਨੋਸ ਬੰਬੇ ਵਾਲੇ ਨੂੰ ਪੈਸੇ ਪੇ ਕਰਨ ਦੀ ਫਿਰ ਲੋੜ ਨਹੀਂ ਰਹਿਣੀ ਸੀਗੀ।
ਤੇ ਇੱਕ ਹੋਰ ਗੱਲ ਹੈ, ਕਾਂਗਰਸ ਵੇਲੇ ਸਰਕਾਰ ਦਾ ਇੱਕ ਜਿਹੜਾ ਸੀਗਾ ਇਹ ਐਮਰਜੈਂਸੀ ਲਈ ਟੈਂਡਰ ਕੀਤਾ ਸੀ ਤੇ ਰੇਟ ਬਹੁਤ ਵੱਧ ਹੈ। ਮੇਰੀ ਸਰਕਾਰ ਨੂੰ ਬੇਨਤੀ ਹੈ, ਜੇ ਪ੍ਰਾਈਵੇਟ ਤੋਂ ਹਲੇ ਵੀ ਕਰਾਉਣਾ ਹੈ, ਤੁਸੀਂ ਸਰਕਾਰੀ ਡਾਕਟਰ ਟੈਕਨੀਸ਼ੀਅਨ ਨਹੀਂ ਭਰਤੀ ਕਰਨੇ ਤਾਂ ਕਿਰਪਾ ਕਰਕੇ ਨਵਾਂ ਟੈਂਡਰ ਕਰੋ, ਤਾਂ ਕਿ ਘੱਟ ਤੋਂ ਘੱਟ ਪੰਜਾਬ ਦੇ ਲੋਕ ਉਹਦੇ ਵਿੱਚ ਪਾਰਟਿਸਿਪੇਟ ਕਰ ਸਕਣ ਤੇ ਪੈਸਾ ਪੰਜਾਬ ਦਾ ਜਿਹੜਾ ਹੈਗਾ ਉਹ ਬਚ ਸਕੇ। ਇਸ ਕਰਕੇ ਜੋ ਹੋਰ ਬੜੇ ਵਿਵਾਦ ਇਹਨਾਂ ਸਕੀਮਾਂ ਦੇ ਨਾਲ ਜੁੜੇ ਆ। ਅੱਜ ਜੇ ਸਟਾਫ ਪੂਰਾ ਨਹੀਂ ਤੇ ਇਕੱਲੇ ਰੰਗ ਕੁਚੀ ਨਾਲ ਕੁਝ ਨਹੀਂ ਬਣਨਾ। ਔਰ 25 ਲੱਖ ਰੁਪਏ ਦਾ ਕੀ ਕੰਮ ਹੋਇਆ, ਮੈਨੂੰ ਲੱਗਦਾ ਪਿੰਡ ਵਾਲੇ ਤਸਦੀਕ ਕਰ ਦੇਣਗੇ ਕਿ ਕੀ ਕੰਮ ਹੋਇਆ ਕੀ ਨਹੀਂ ਹੋਇਆ। ਇਹ ਬਹੁਤ ਵੱਡਾ ਇੱਕ ਆਉਣ ਵਾਲੇ ਦਿਨਾਂ ਦੇ ਵਿੱਚ ਮੈਂ ਸਮਝਦਾ ਕਿ ਪੰਜਾਬ ਦੀ ਸਿਆਸਤ ਦੇ ਵਿੱਚ ਚਰਚਾ ਦਾ ਵਿਸ਼ਾ ਬਣਨਾ ਹੈ ਕਿ ਤੁਸੀਂ ਨਵਾਂ ਤਾਂ ਕੁਝ ਕਰ ਨਹੀਂ ਰਹੇ ਔਰ ਪੁਰਾਣੇ ਨੂੰ ਢਾਹ ਕੇ ਆਪਣੇ ਨਾਮ ਕਰ ਰਹੇ ਹੋ। ਇਹ ਮੇਰਾ ਖਿਆਲ ਹੈ ਕਿਸੇ ਦੇ ਗਲੇ ਨਹੀਂ ਉਤਰਨ ਵਾਲੀ ਗੱਲ। ਜੇ ਤੁਸੀਂ ਉੱਥੇ ਮਰੀਜ਼ਾਂ ਨੂੰ ਇਲਾਜ ਚੰਗਾ ਦੇ ਦੋਗੇ, ਫ੍ਰੀ ਦਵਾਈ ਦੇ ਦੋਗੇ ਤੇ ਲੋਕ ਚਰਚਾ ਕਰਨਗੇ, ਕਿਉਂਕਿ ਅੱਜ ਕੋਈ ਵੋਟਾਂ ਨਹੀਂ ਤੁਰੰਤ ਫੋਟੋਆਂ ਲਵਾ ਕੇ ਤਾਮਿਲਨਾਡੂ, ਬੈਂਗਲੌਰ ਤੇ ਮਹਾਰਾਸ਼ਟਰ ਤੇ ਬਾਕੀ ਦੇ ਜਿਹੜੇ ਸੂਬਿਆਂ ਦੇ ਵਿੱਚ ਇਸ਼ਤਿਹਾਰ ਲਾਉਣ ਲਈ ਮੇਰਾ ਖਿਆਲ ਹੈ ਕੋਈ ਲੋੜ ਨਹੀਂ ਹੈਗੀ। ਪਰ ਇਹ ਕਿਉਂ ਕਰ ਰਹੀ ਹੈ ਸਰਕਾਰ, ਇਹਦੇ ਪਿੱਛੇ ਕਾਰਨ ਕੀ ਹੈ, ਇਹ ਸਰਕਾਰ ਨੂੰ ਸਪਸ਼ਟ ਕਰਨਾ ਪਊਗਾ। ਔਰ ਇੱਕ ਸਭ ਤੋਂ ਵੱਡੀ ਨਿੰਦਣਯੋਗ ਗੱਲ ਹੈ ਕਿ ਜਦੋਂ 300 ਸਾਲਾ ਸੀ ਪੰਜਾਬ ਦੇ ਵਿੱਚ ਵੱਡੀ ਪੱਧਰ ਤੇ ਮਨਾਇਆ ਸਾਹਿਬ ਪ੍ਰਕਾਸ਼ ਸਿੰਘ ਬਾਦਲ ਸਾਹਿਬ ਮੁੱਖ ਮੰਤਰੀ ਹੁੰਦੇ ਸੀਗੇ, ਤਾਂ ਇੱਕ ਫੈਸਲਾ ਹੋਇਆ ਸੀ 1999 ਦੇ ਵਿੱਚ ਕਿ ਪੰਜੇ ਪਿਆਰੇ ਜਿਨ੍ਹਾਂ ਨੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਆਪਣਾ ਪਹਿਲੇ ਸੀਸ ਭੇਟ ਕਰਕੇ ਤੇ ਖਾਲਸਾ ਪੰਥ ਦੀ ਸਥਾਪਨਾ ਜਿਹੜੀ ਹੈ ਅਨੰਦਪੁਰ ਸਾਹਿਬ ਦੀ ਧਰਤੀ ਤੋਂ ਹੋਈ ਸੀ, ਉਹਨਾਂ ਪੰਜੇ ਪਿਆਰਿਆਂ ਦੇ ਨਾਂ ਤੇ ਇੱਕ ਸੈਟੇਲਾਈਟ ਹਸਪੀਟਲ ਬਣੇ ਸੀ ਤੇ ਪੰਜੇ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਸੀਗੇ। ਤੇ ਪਿਛਲੇ ਦਿਨਾਂ ਦੇ ਵਿੱਚ ਇਸੇ ਆਪਦੇ 400 ਦੀ ਗਿਣਤੀ ਪੂਰੀ ਕਰਨ ਦੇ ਮੈਂ ਕਹੂੰਗਾ ਕਿ ਸਰਕਾਰ ਨਸ਼ੇ ਦੇ ਵਿੱਚ ਉਹਨਾਂ ਦੇ ਜਿਹੜਾ ਨਾਮ ਸੀਗਾ ਉਹਨੂੰ ਵੀ ਬਦਲ ਦਿੱਤਾ ਗਿਆ। ਤੇ ਜਦੋਂ ਪਿੰਡ ਵਾਲੇ ਨਿਹੰਗ ਸਿੰਘ ਜਥੇਬੰਦੀਆਂ ਉੱਥੇ ਸਾਰੇ ਖੜੇ ਹੋਏ ਤਾਂ ਫਿਰ ਉਹਨੂੰ ਜਿਹੜਾ ਸੀਗਾ ਉਹਨੂੰ ਤਬਦੀਲੀ ਕਰਕੇ ਤੇ ਫਿਰ ਛੋਟਾ ਕਰਕੇ ਫਿਰ ਨਾਂ ਲਿਖ ਦਿੱਤਾ ਗਿਆ। ਮੈਂ ਸਮਝਦਾ ਕਿ ਇਹ ਧਾਰਮਿਕ ਤੌਰ ਤੇ ਬੜੀ ਵੱਡੀ ਸੱਟ ਹੈ। ਇਹ ਮੌਜੂਦਾ ਜਿਹੜੀ ਸਰਕਾਰ ਹੈ, ਮੈਂ ਇਹਨੂੰ ਬੇਨਤੀ ਕਰੂੰਗਾ ਕਿ ਜਿਹੜੇ ਸਾਡੇ ਧਾਰਮਿਕ ਚਿੰਨ੍ਹ ਹੁੰਦੇ ਆ ਇਹਨਾਂ ਦੇ ਨਾਲ ਛੇੜਛਾੜ ਕੋਈ ਨਹੀਂ ਕਰ ਸਕਦਾ ਤੇ ਖਾਸ ਕਰਕੇ ਸਿੱਖ ਮੁੱਖ ਮੰਤਰੀ ਨਹੀਂ ਕਰ ਸਕਦਾ। ਇਹ ਦਿੱਲੀ ਤੋਂ ਚੱਲਦੀਆਂ ਜਿਹੜੀਆਂ ਸਰਕਾਰਾਂ ਹੈ ਇਹ ਉਹਦਾ ਨਤੀਜਾ ਤੁਹਾਡੇ ਸਾਹਮਣੇ ਹੈ। ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਭਾਈ ਸਾਹਿਬ ਸਿੰਘ ਸੈਟੇਲਾਈਟ ਹਸਪੀਟਲ ਫਤਿਹਪੁਰ, ਤੇ ਉਸ ਤੋਂ ਬਾਅਦ ਨਾਲ ਦੂਜੀ ਤਸਵੀਰ ਹੈ ਜਦੋਂ ਲੋਕਲ ਪੱਧਰ ਤੇ ਸੰਗਤ ਨੇ ਵਿਦਰੋਹ ਕੀਤਾ ਤੇ ਫਿਰ ਜਿਹੜਾ ਸੀਗਾ ਉੱਤੇ ਨਾਮ ਲਿਖ ਦਿੱਤਾ ਗਿਆ। ਫਿਰ ਜਿਹੜਾ ਸੀਗਾ ਹੇਠਾਂ ਉੱਤੇ ਕਰਕੇ ਦੋ ਲਿਖਤੇ ਤੇ ਫਿਰ ਦੋਹਾਂ ਦੇ ਵਿੱਚ ਵੀ ਇਹ ਹੈ ਵੀ ਉੱਪਰ ਵੀ ਛੋਟਾ ਤੇ ਥੱਲੇ ਵੀ ਛੋਟਾ। ਇਸ ਕਰਕੇ ਜਿੱਥੇ ਘੱਟੋ ਘੱਟ ਪੰਜ ਪਿਆਰਿਆਂ ਦੀ ਗੱਲ ਆ ਗਈ, ਮੇਰੀ ਮੁੱਖ ਮੰਤਰੀ ਸਾਹਿਬ ਨੂੰ ਨਿੱਜੀ ਅਪੀਲ ਹੈ ਕਿ ਕਿਰਪਾ ਕਰਕੇ ਘੱਟੋ ਘੱਟ ਉੱਥੇ ਤਾਂ ਆਪਾਂ ਫੋਟੋ ਜਾਂ ਪਾਰਟੀ ਦਾ ਨਾਂ ਨਾ ਲਿਖੀਏ। ਇੱਕ ਮੈਂ ਇਹ ਬੇਨਤੀ ਕਰਾਂ ਕਿ ਆ ਤੁਹਾਡੇ ਸਾਹਮਣੇ ਹੈ ਆਮ ਆਦਮੀ ਕਲੀਨਿਕ। ਕੱਲ ਨੂੰ ਜਦੋਂ ਇਲੈਕਸ਼ਨ ਆਉਣਾ ਸਾਰੀਆਂ ਪਾਰਟੀਆਂ ਨੇ ਸ਼ਿਕਾਇਤ ਕਰਨੀ ਹੈ ਤੇ ਇਲੈਕਸ਼ਨ ਕਮਿਸ਼ਨ ਨੇ ਕਾਲੇ ਰੰਗ ਦੀ ਕੂਚੀ ਮਿੰਟ ਦੇ ਵਿੱਚ ਹੀ ਮਾਰ ਦੇਣੀ ਹੈ ਸਣੇ ਫੋਟੋ ਤੇ। ਕਦੇ ਕਿਸੇ ਸਰਕਾਰ ਨੇ ਆਪਦੀ ਪਾਰਟੀ ਦੇ ਨਾਂ ਤੇ ਇਹ ਫੋਕਲ ਪੁਆਇੰਟ 1977-78 ਦੇ ਵਿੱਚ ਬਣੇ, ਬਾਦਲ ਸਾਹਿਬ ਨੇ ਤਾਂ ਨਹੀਂ ਲਿਖਿਆ ਵੀ ਅਕਾਲੀ ਫੋਕਲ ਪੁਆਇੰਟ, ਜੇ ਲਿਖੀ ਹੈ ਤਾਂ ਕਿਸੇ ਨੇ ਦੱਸ ਦਿਓ, ਜਾਂ ਕਿਸੇ ਨੇ ਕਾਂਗਰਸ ਨੇ ਕੋਈ ਸਕੀਮ ਬਣਾਈ ਹੋਵੇ ਤੇ ਉਹਨੇ ਲਿਖਤਾ ਹੋਵੇ ਵੀ ਇਹ ਕਾਂਗਰਸੀ ਸਕੀਮ ਹੈ। ਇਸ ਕਰਕੇ ਪਹਿਲੀ ਸਰਕਾਰ ਹੈ ਜਿਹੜੀ ਆਪਦੀ ਪਾਰਟੀ ਦੇ ਨਾਂ ਤੇ ਸਕੀਮਾਂ ਦਾ ਨਾਂ ਧਰੀ ਜਾਂਦੀ ਹੈ ਤੇ ਇਲੈਕਸ਼ਨ ਕਮਿਸ਼ਨ ਨੇ ਆਉਂਦਿਆਂ ਸਾਰੇ ਦੇ ਤੇ ਕੂਚੀਆਂ ਮਾਰਨੀਆਂ ਤੇ ਫਿਰ ਜਿਹੜਾ ਸਰਕਾਰ ਦਾ ਪੈਸਾ ਲੱਗਿਆ ਇਹ ਜਾਇਆ ਜਾਣਾ। ਇਸ ਕਰਕੇ ਅੱਜ ਇਹਨਾਂ ਮੁਹੱਲਾ ਕਲੀਨਿਕਾਂ ਦੇ ਵਿੱਚੋਂ ਇੱਕ ਪੰਜਾਬ ਦੇ ਲੋਕਾਂ 'ਚ ਮੈਸੇਜ ਜਾ ਰਿਹਾ ਹੈ ਕਿ ਜਿਹੜੀ ਪਹਿਲਾਂ ਮਿਲਦੀ ਸਹੂਲਤ ਸੀ ਉਹਨੂੰ ਸੱਟ ਵੱਜ ਰਹੀ ਹੈ ਤੇ ਨਵਾਂ ਕੁਝ ਉਪਲਬਧ ਹੋਣ ਨੂੰ ਹੈ ਨਹੀਂਗਾ। ਇਸ ਕਰਕੇ ਸਰਕਾਰ ਤੋਂ ਮੰਗ ਕਰਦੇ ਆ ਕਿ ਜਿਹੜੀਆਂ ਵੀ 540 ਡਿਸਪੈਂਸਰੀਆਂ ਜਾਂ ਰੂਰਲ ਹੈਲਥ ਸੈਂਟਰ ਜਾਂ ਸਬ ਸੈਂਟਰ ਜਿਹੜੇ ਵੀ ਬੰਦ ਹੋਏ ਆ, ਜਿਨ੍ਹਾਂ ਦਾ ਸਟਾਫ ਬਦਲ ਕੇ ਖੱਬੇ ਸੱਜੇ ਕੀਤਾ ਹੈ, ਕਿਰਪਾ ਕਰਕੇ ਤੁਰੰਤ ਉਹ ਵਾਪਸ ਭੇਜਿਆ ਜਾਵੇ। ਦੂਸਰਾ ਸਭ ਤੋਂ ਵੱਡੀ ਗੱਲ ਹੈ ਕਿ ਜਿੰਨੀ 2-250 ਕਰੋੜ ਦੀਆਂ ਜਿੰਨੀਆਂ ਵੀ ਪਿਛਲੀਆਂ ਸਰਕਾਰਾਂ ਦਵਾਈ ਖਰੀਦੀਆਂ ਸੀ, ਜਾਂ ਘੱਟੋ ਘੱਟ ਇਹ ਕਿਉਂ ਲਿਮਟ ਹੋਵੇ ਕਿ 2-250 ਖਰੀਦੀਏ। ਤੁਸੀਂ ਵਾਅਦਾ ਕੀਤਾ ਕਿ ਸਭ ਨੂੰ ਮੁਫਤ ਦਵਾਈ ਦੇਵਾਂਗੇ ਤੇ ਦਵਾਈ ਇੰਨੀ ਬਾਫਰ ਖਰੀਦ ਕੇ ਰੱਖੋ, ਇੰਨੀ ਹਰ ਹਸਪਤਾਲ ਦੇ ਵਿੱਚ ਹੋਣੀ ਚਾਹੀਦੀ ਹੈ ਕਿ ਕਿਸੇ ਨੂੰ ਪਰਚੀ ਲੈ ਕੇ ਤੇ ਦਵਾਈ ਮੁੱਲ ਖਰੀਦਣੀ ਨਾ ਪਵੇ। ਦੂਜੀ ਬੇਨਤੀ ਇਹ ਹੈ। ਤੀਜੀ ਬੇਨਤੀ ਇਹ ਹੈ ਕਿ ਸ਼ਾਰਟ ਭਾਵੇਂ 10 ਦਿਨ ਦੇ ਨੋਟਿਸ ਤੇ ਤੁਸੀਂ ਡਾਕਟਰ ਭਰਤੀ ਕਰੋ, ਨਰਸਾਂ ਭਰਤੀ ਕਰੋ, ਏਐਨਐਮ ਭਰਤੀ ਕਰੋ, ਟੈਕਨੀਸ਼ੀਅਨ ਭਰਤੀ ਕਰੋ ਤੇ ਕ੍ਰਿਸ਼ਨਾ ਡਾਇਗਨੋਜ਼ ਵਰਗਿਆਂ ਨੂੰ ਪੈਸੇ ਦੇਣੇ ਜਿਹੜੇ ਹੈਗੇ ਆ ਉਹ ਆਟੋਮੈਟਿਕਲੀ ਬੰਦ ਹੋ ਜਾਣਗੇ। ਪੰਜਾਬ ਦਾ ਭਲਾ ਹੋਊਗਾ। ਇਸ ਕਰਕੇ ਸਾਡੀ ਸਰਕਾਰ ਨੂੰ ਸੁਝਾਅ ਹੈ, ਬੇਨਤੀ ਹੈ, ਹਾਲਾਂਕਿ ਮੌਜੂਦਾ ਸਰਕਾਰ ਤੇ ਮੁੱਖ ਮੰਤਰੀ ਸਾਹਿਬ
ਜਦੋਂ ਕੋਈ ਵਿਰੋਧੀ ਪਾਰਟੀ ਦਾ ਇਨਸਾਨ ਬੋਲਦਾ ਹੈ ਜਾਂ ਵਿਰੋਧੀ ਪਾਰਟੀਆਂ ਬੋਲਦੀਆਂ ਹੈ ਤਾਂ ਬਹੁਤ ਗੁੱਸੇ 'ਚ ਆਉਂਦੇ ਆ। ਮੇਰੀ ਇੱਕ ਮੁੱਖ ਮੰਤਰੀ ਨੂੰ ਅਪੀਲ ਤੇ ਬੇਨਤੀ ਹੈ ਕਿ ਜਿਹੜਾ ਮੁੱਖ ਮੰਤਰੀ ਹੁੰਦਾ ਉਹ ਚੁਣਿਆ ਹੋਇਆ ਸਭ ਦਾ ਸਾਂਝਾ ਹੁੰਦਾ ਹੈ, ਤੇ ਜੇ ਕੋਈ ਕਮੀ ਪੇਸ਼ੀ ਹੈ ਤੇ ਉਹ ਜਨਤਾ ਦੇ ਰੂਪ 'ਚ ਸਾਰਿਆਂ ਨੇ ਤੁਹਾਡੇ ਧਿਆਨ 'ਚ ਲਿਆਉਣੀ ਹੈ। ਤੁਸੀਂ ਉਹਦੇ ਤੋਂ ਸਿੱਖ ਕੇ ਉਹਦੇ 'ਚ ਕੁਛ ਨਾ ਕੁਛ ਸਕੋ ਦੀ ਸੁਧਾਰ ਕਰ ਸਕਦੇ ਹੋ। ਸੋ ਮੈਂ ਇੰਨੀ ਕੁ ਬੇਨਤੀ ਕਰਦਾ ਹੋਇਆ ਅੱਜ ਇਹ ਜਿਹੜੇ ਪੁਰਾਣੀਆਂ ਡਿਸਪੈਂਸਰੀਆਂ ਜਾਂ ਰੂਰਲ ਹੈਲਥ ਸੈਂਟਰ ਬੰਦ ਕਰਕੇ ਇਹ ਜਿਹੜਾ ਇੱਕ ਸਿਰਫ ਤੇ ਸਿਰਫ ਡਰਾਮੇਬਾਜ਼ੀ ਹੋ ਰਹੀ ਹੈ ਕੇਜਰੀਵਾਲ ਸਾਹਿਬ ਦੀ ਟੀਮ ਦੁਆਰਾ ਕੀਤੀ ਜਾ ਰਹੀ ਹੈ, ਇਹਦੀ ਅਸੀਂ ਨਿੰਦਾ ਕਰਦੇ ਹਾਂ ਔਰ ਉਮੀਦ ਕਰਦੇ ਹਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀਆਂ ਮੰਗਾਂ ਅਸੀਂ ਰੱਖੀਆਂ ਉਹਦਾ ਸੁਧਾਰ ਕਰਨਗੇ ਔਰ ਪੰਜਾਬ ਦੇ ਲੋਕਾਂ ਨੂੰ ਮੁਫਤ ਜਿਹੜੀ ਸਾਰੀ ਸਹੂਲਤ ਦੇਣ ਦੇ ਲਈ ਪਾਬੰਦ ਹੋਣਗੇ।